जी आए ਨੂੰ प्यारे विद्यार्थियों, पंजाब स्टेट एजुकेशन बोर्ड की 10वीं जमात की अंग्रेजी की किताब इंग्लिश मेन कोर्स बुक उसका लैसन नंबर 1 दी हैप्पी प्रिंस। इस लैसन की ग्रैमर एक्सरसाइजिज इस बुक विच करन जा रहे हैं। सो ग्रैमर के बहुत सारे वधिया नुकते ने ये, तुसी नोटबुक और पेन लै लो तो सारे सोल्यूशनस आंसर जोड़े तुहाडे लई तैयार किए गए हैं उन्होंने तुसी अपनी नोटबुक से उतार लेना है तो उन्होंने अभ्यास करना है। 10वीं क्लास ਨਾਲ ਸੰਬੰਧਿਤ इसी चैनल के उत्ते तुसी 10 प्ले लिस्टां होर देख सकते हो। एक हैगी 10th मैथ, दूजी 10th मैथ नोट्स, तीजी हैगी है 10th मैथ एक्स्ट्रा क्वेश्चनस ते चौथी हैगी है 10th साइंस। सो अपनी लोड़ के मुताबिक तुसी इन्हां प्ले लिस्टां ते जाके ਜਿਹੜੇ ਵੀਡੀਓਜ਼ ਤੁਹਾਨੂੰ ਲੋੜ ਹੈ ਉਹ ਦੇਖ ਸਕਦੇ ਹੋ। ਸਾਰੇ ਵੀਡੀਓਜ਼ ਨੂੰ ਚੈਪਟਰ ਵਾਈਜ਼ ਲੜੀਵਾਰ ਸੀਰੀਅਲ ਆਰਡਰ ਵਿੱਚ ਅਰੇਂਜ ਕੀਤਾ ਗਿਆ ਹੈ। ਸੋ ਆਓ ਸ਼ੁਰੂ ਕਰੀਏ। पार्ट 1 कहते लुक एट दीज सेंटेंसेस। दो सेंटेंस दिते ने उन्होंने। वट इज द यूज ऑफ अ स्टैचू इफ इट कैन नॉट कीप द रेन ऑफ। बुत का की लाभ है, किसी बुत का की लाभ है जे मीह नूं परे ना रख सके, अर्थात मीह तो आसरा ना दे सके, मीह तो ओला ना दे सके। लीफ आफ्टर लीफ ऑफ द फाइन गोल्ड द स्वैलो पिक्ड ऑफ। स्वैलो जो अवावील सी उन्हें पतरा पतरा करके शुद्ध सोना का पतरा पतरा उखेड़ दिता, नोच दिता, ला दिता, पुट दिता। सो कहते नाउ डू यू अंडरस्टैंड द डिफरेंस बिटवीन ऑफ एंड ऑफ। हुण दो शब्दां दी गल इत्थे। ਇਹਦਾ ਤੇ ਮਤਲਬ ਹੁੰਦਾ ਬੱਚਿਓ ਹੈ ਜਿਹੜਾ ਆਫ ਹੈਗਾ ਇਹ ਇੱਕ ਨਾउन ਦਾ ਦੂਜੀ ਵਸਤੂ ਨਾਲ, ਥਾਂ ਨਾਲ ਜਾਂ ਕਿਸੇ ਚੀਜ਼ ਨਾਲ ਸੰਬੰਧ ਜੋੜਦਾ, ਦਾ, ਦੇ, ਦੀ। ਮੇਨ ਮੁੱਖ ਤੌਰ ਤੇ ਇਹ ਵੇ। ਤੇ ਇਹਦਾ ਹੋਰ ਮਤਲਬ ਹੁੰਦਾ ਕਰਕੇ, ਇਸ ਕਰਕੇ, ਹਨਾ। ਇਹ ਵੀ ਹੁੰਦਾ ਜਦੋਂ ਅਸੀਂ ਸੈਂਟੈਂਸ ਕਰਾਂਗੇ ਤਾਂ ਪਤਾ ਲੱਗ ਜਾਏਗਾ। ਜਿਹੜਾ ਇਹ ਆਫ ਹੁੰਦਾ ਹੈ, ਇੱਕ ਤੇ ਸਿੱਧਾ ਹੈਗਾ, ਇਹ ਔਨ ਦਾ ਆਪੋਜ਼ਿਟ ਹੁੰਦਾ ਹੈ। ਔਨ ਮੈਨੇ ਕੋਈ ਚੀਜ਼ ਚਾਲੂ ਹੈ, ਕੰਮ ਵਿੱਚ ਹੈ, ਆਪਰੇਸ਼ਨ ਵਿੱਚ ਹੈ। ਆਫ ਮੈਨੇ ਬੰਦ। ਇੱਕ ਤੇ ਮਤਲਬ ਇਹ ਹੁੰਦਾ ਹੈ। ਤੇ ਦੂਜਾ ਆਫ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਦੋ ਚੀਜ਼ਾਂ ਦੇ ਵਿੱਚ ਜੋ ਸੰਬੰਧ ਹੈ ਉਹਨੂੰ ਉਹ ਤੋਂ ਜੁਦਾ ਹੋਣ ਨੂੰ ਦਰਸਾਉਂਦਾ ਹੈ। ਇੱਕ ਚੀਜ਼ ਤੋਂ ਦੂਜੀ ਚੀਜ਼ ਟੁੱਟਦੀ ਹੈ, ਸੈਪਰੇਟ ਹੁੰਦੀ ਹੈ, ਅਲੱਗ ਹੁੰਦੀ ਹੈ, ਪਰੇ ਜਾਂਦੀ ਹੈ, ਤਾਂ ਇਹ ਸ਼ਬਦ ਵਰਤਿਆ ਜਾਂਦਾ ਹੈ। ਹੁਣ ਫਿਲ ਇਨ ਦੀ ਬਲੈਂਕਸ ਇਹਨਾਂ ਨੇ ਭਰਨ ਲਈ ਕਿਹਾ, ਅਸੀਂ ਭਰਾਂਗੇ। ਇਹ ਦੋਨੋਂ ਪ੍ਰੈਪੋਜੀਸ਼ਨ ਨੇ, ਆਫ ਵੀ ਪ੍ਰੈਪੋਜੀਸ਼ਨ ਹੈ ਵਾਲਾ ਤੇ ਆਫ ਇਹ ਵੀ ਉਹ ਡਬਲ ਐਫ ਵਾਲਾ ਵੀ ਪ੍ਰੈਪੋਜੀਸ਼ਨ ਹੈ, ਪਰ ਦੋਨਾਂ ਦਾ ਮਤਲਬ ਬਿਲਕੁਲ ਵੱਖਰਾ ਵੱਖਰਾ ਹੈਗਾ। ਉਚਾਰਨ ਦੋਨਾਂ ਦਾ ਇੱਕੋ ਜਿਹਾ, ਆਫ ਤੇ ਆਫ। ਠੀਕ ਹੈ। ਹੁਣ ਜਿਹੜੇ ਅਸੀਂ 10 ਸੈਂਟੈਂਸ ਕਰਾਂਗੇ ਉਹ ਫਿਲ ਇਨ ਦੀ ਬਲੈਂਕਸ ਭਰਾਂਗੇ ਤੇ ਤੁਹਾਨੂੰ ਉਹਨਾਂ ਦੇ ਰਾਹੀਂ ਕਾਫੀ ਇਹ ਜਿਹੜੀ ਚੀਜ਼ ਇਹਦੀ ਵਰਤੋਂ ਦੇ ਬਾਰੇ ਪਤਾ ਲੱਗ ਜਾਏਗਾ। ਸੋ ਦੇਖੀਏ। ਸੈਂਡ ਮੀ ਅ ਕੱਪ ਆਫ ਟੀ। ਇਹ ਦੇਖੋ ਕੱਪ ਆਫ ਟੀ ਮਤਲਬ ਕਿ ਚਾਹ ਦਾ ਕੱਪ। ਮੈਨੂੰ ਇੱਕ ਚਾਹ ਦਾ ਕੱਪ ਭੇਜੋ ਜਾਂ ਮੇਰੇ ਲਈ ਇੱਕ ਚਾਹ ਦਾ ਕੱਪ ਭੇਜੋ। ਠੀਕ ਹੈ। ਇਹ ਤੇ ਬੜਾ ਸਪਸ਼ਟ ਹੈ। ਆਈ ਵਾਸ਼ਡ ਦੀ ਡਰਟ। ਡਰਟ ਮੈਨੇ ਹੁੰਦਾ ਹੈ ਮੈਲ। ਆਫ ਮਾਈ ਹੈਂਡਸ ਮਤਲਬ ਮੇਰੇ ਹੱਥਾਂ ਤੇ ਮੈਲ ਲੱਗੀ ਹੋਈ ਸੀ, ਮੈਂ ਧੋ ਕੇ ਦੋਨਾਂ ਨੂੰ ਜੁਦਾ ਕਰਤਾ। ਮਤਲਬ ਜਿਹੜੀ ਡਰਟ ਹੈਗੀ ਏ, ਮੈਲ ਏ, ਮੇਰੇ ਹੱਥਾਂ ਤੋਂ ਉਹਦਾ ਸੰਬੰਧ ਟੁੱਟ ਗਿਆ, ਇਹਨੇ ਸੰਬੰਧ ਤੋੜਿਆ। ਆਈ ਵਾਸ਼ਡ ਦੀ ਡਰਟ ਆਫ ਮਾਈ ਹੈਂਡਸ। ਮੈਂ ਧੋ ਕੇ ਆਪਣੇ ਹੱਥ ਸਾਫ਼ ਕੀਤੇ, ਅਰਥਾਤ ਮੈਂ ਧੋ ਕੇ ਮੈਲ ਆਪਣੇ ਹੱਥਾਂ ਤੋਂ ਲਾ ਦਿੱਤੀ, ਜੁਦਾ ਕਰ ਦਿੱਤੀ। ਆਫ। ਗੈਟ ਆਫ ਦੀ ਬੱਸ ਐਟ ਦੀ ਨੈਕਸਟ ਸਟਾਪ। ਅਰਥਾਤ ਸਵਾਰੀ ਦਾ ਸੰਬੰਧ ਕਿਹਦੇ ਨਾਲ ਟੁੱਟਦਾ ਪਿਆ? ਬੱਸ ਦੇ ਨਾਲ। ਜਿਹੜੀ ਸਵਾਰੀ ਪਹਿਲੇ ਬੱਸ ਵਿੱਚ ਸੀ, ਬੱਸ ਨਾਲ ਜੁੜੀ ਹੋਈ ਸੀ, ਬੱਸ ਦੀ ਸੀਟ ਤੇ ਬੈਠੀ ਸੀ ਜਾਂ ਬੱਸ ਦੀ ਬੋਡੀ ਤੇ ਖੜੀ ਸੀਗੀ, ਉਹ ਅਗਲੇ ਸਟਾਪ ਤੇ ਉਤਰ ਕੇ ਬੱਸ ਤੋਂ ਉਹਦਾ ਸੰਬੰਧ ਟੁੱਟ ਗਿਆ। ਸੋ ਗੈਟ ਆਫ ਦੀ ਬੱਸ ਐਟ ਦੀ ਨੈਕਸਟ ਸਟਾਪ। ਅਗਲੇ ਸਟਾਪ ਤੇ ਬੱਸ ਤੋਂ ਉਤਰ ਜਾਓ। ਤੋਂ ਉਤਰ ਜਾਓ, ਤੋਂ ਮਤਲਬ ਕਿ ਬੱਸ ਤੋਂ ਸੰਬੰਧ ਟੁੱਟ ਗਿਆ। ਸੈਂਡ ਮੀ ਅ ਕਾਪੀ ਆਫ ਦਿਸ ਸਟੋਰੀ। ਇਸ ਕਹਾਣੀ ਦੀ ਇੱਕ ਕਾਪੀ, ਇੱਕ ਉਤਾਰਾ ਮੈਨੂੰ ਭੇਜੋ। ਕਹਾਣੀ ਦਾ ਉਤਾਰਾ, ਕਾਪੀ ਆਫ। ਕਹਾਣੀ ਦਾ, ਦੇ, ਦੀ। ਇਸ ਕਹਾਣੀ ਦਾ ਉਤਾਰਾ, ਇਸ ਕਹਾਣੀ ਦੀ ਇੱਕ ਕਾਪੀ ਮੈਨੂੰ ਭੇਜੋ। ਡੂ ਯੂ ਗੈਟ ਅ ਡੇ ਆਫ ਦਿਸ ਵੀਕ। ਹੁਣ ਇੱਥੇ ਆਫ ਮੈਨੇ ਬੰਦ ਤੇ ਛੁੱਟੀ। ਔਨ ਮੈਨੇ ਜਦੋਂ ਮੈਂ ਕੰਮ ਕਰਦਾ ਉਹਨੂੰ ਕਿਹਾ ਜਾਂਦਾ ਡੇ ਔਨ, ਤੇ ਜਦੋਂ ਕੰਮ ਨਹੀਂ ਕਰਦਾ, ਛੁੱਟੀ ਹੁੰਦੀ, ਉਹਨੂੰ ਕਹਿੰਦੇ ਡੇ ਆਫ। ਤੁਸੀਂ ਇਹਨੂੰ ਸਮਝਣ ਲਈ ਇੱਦਾਂ ਕਰੋ
कि आ डे ऑफ की जगह तुसी लिख सकते हो हॉलीडे, ठीक है, आ हॉलीडे। डिड यू गेट आ हॉलीडे दिस वीक, की तेनों इस हफ्ते कोई छुट्टी मिली, या डिड यू गेट अ डे ऑफ। अ डे ऑफ मैंने ਜਦੋਂ तू ਕੰਮ ਤੇ नहीं गया, मतलब ਕੰਮ ਦਾ स्विच बंद हो गया, ਇਹਨੂੰ इदा समझ लवो, ठीक है। अ डे ऑफ का मतलब है छुट्टी, अ डे ऑफ मीन्स अ हॉलीडे, ठीक है। शी डाइड ऑफ हार्ट फेलियर, ਤੇ ਇਹਦਾ ਮਤਲਬ ਇੱਥੇ ਆਫ ਦਾ ਮਤਲਬ ਬਿਕੋਜ਼ ਆਫ, ਮਤਲਬ ਉਹਦੇ ਕਰਕੇ। ਸ਼ੀ ਡਾਈਡ ਆਫ ਹਾਰਟ ਫੇਲੀਅਰ, ਉਹ ਹਾਰਟ ਫੇਲ ਹੋਣ ਕਰਕੇ ਮਰ ਗਈ। ਇਟ ਵਾਜ਼ ਨਾਈਸ ਆਫ ਯੂ, ਇਹ ਬੜੀ ਜਗ੍ਹਾ ਵਰਤਿਆ ਜਾਂਦਾ ਇਹਦਾ। ਇਟ ਵਾਜ਼ ਕਾਈਂਡ ਆਫ ਯੂ, ਇਟ ਵਾਜ਼ ਨਾਈਸ ਆਫ ਯੂ, ਇਟ ਵਾਜ਼ ਪ੍ਰੂਡੈਂਟ ਆਫ ਯੂ, ਇਟ ਵਾਜ਼ ਵਾਈਜ਼ ਆਫ ਯੂ, ਠੀਕ ਹੈ। ਸੋ ਤੂੰ ਬਹੁਤ ਚੰਗਾ ਕੀਤਾ ਟੂ ਸੈਂਡ ਮੀ ਫਲਾਵਰਸ, ਤੂੰ ਮੈਨੂੰ ਇਹ ਫੁੱਲ ਭੇਜ ਕੇ ਬਹੁਤ ਚੰਗਾ ਕੀਤਾ, ਵੀ ਤੇਰਾ ਇਹ ਵਰਤਾਅ ਬੜਾ ਚੰਗਾ ਹੈ, ਮੈਨੂੰ ਬਹੁਤ ਚੰਗਾ ਲੱਗਿਆ। ਇਟ ਵਾਜ਼ ਨਾਈਸ ਆਫ ਯੂ ਟੂ ਸੈਂਡ ਮੀ ਫਲਾਵਰਸ, ਠੀਕ ਹੈ। ਹੀ ਫੈਲ ਆਫ ਦੀ ਬੈੱਡ, ਬੈੱਡ ਤੇ ਪਿਆ ਸੀਗਾ, ਬੈੱਡ ਨਾਲ ਸੰਬੰਧ ਟੁੱਟ ਗਿਆ। ਫੈਲ ਮੈਨੇ ਡਿੱਗਿਆ, ਕਿੱਥੋਂ ਡਿੱਗਿਆ, ਬੈੱਡ ਤੋਂ ਡਿੱਗਿਆ, ਡਿੱਗ ਕੇ ਸੰਬੰਧ ਟੁੱਟ ਗਿਆ। ਐਂਡ ਬ੍ਰੋਕ ਹਿਜ਼ ਲੈਗ, ਅਤੇ ਆਪਣੀ ਲੱਤ ਤੋੜ ਲਈ। ਹੀ ਫੈਲ ਆਫ ਦਾ ਬੈੱਡ ਐਂਡ ਬ੍ਰੋਕ ਹਿਜ਼ ਲੈਗ, ਉਹ ਬਿਸਤਰੇ ਤੋਂ ਥੱਲੇ ਡਿੱਗਿਆ, ਪਲੰਗ ਤੋਂ ਥੱਲੇ ਡਿੱਗਿਆ, ਮੰਜੇ ਤੋਂ ਥੱਲੇ ਡਿੱਗਿਆ ਅਤੇ ਲੱਤ ਤੋੜ ਲਈ, ਠੀਕ ਹੈ, ਆਪਣੀ ਲੱਤ ਤੋੜ ਲਈ। ਹੀ ਇਜ਼ ਅ ਮੈਂਬਰ ਆਫ ਦੀ ਪਾਰਲੀਮੈਂਟ, ਉਹ ਪਾਰਲੀਮੈਂਟ ਦਾ ਇੱਕ ਸਦੱਸ ਹੈਗਾ, ਮੈਂਬਰ ਹੈਗਾ। ਸ਼ੀ ਇਜ਼ ਬੈਟਰ ਆਫ ਵਿਦਾਊਟ ਹਿਮ, ਇਹ ਬੈਟਰ ਆਫ ਬੱਚੇ ਇੱਕ ਮੁਹਾਵਰਾ ਹੈ, ਬੈਟਰ ਆਫ। ਬੈਟਰ ਆਫ ਦਾ ਮਤਲਬ ਹੈ ਵਧੀਆ ਹਾਲਤ ਵਿੱਚ, ਠੀਕ ਹੈ। ਵਿਦਾਊਟ ਹਿਮ, ਉਹ ਉਹਦੇ ਨਾਲੋਂ, ਕੋਈ ਬੰਦਾ ਹੈ, ਹਸਬੈਂਡ ਮੰਗੇਤਰ ਕੋਈ ਵੀ ਹੋ ਸਕਦਾ। ਸ਼ੀ ਇਜ਼ ਬੈਟਰ ਆਫ ਵਿਦਾਊਟ ਹਿਮ, ਉਹ ਤੋਂ ਬਿਨਾ ਕਿਤੇ ਜ਼ਿਆਦਾ ਵਧੀਆ ਹੈ। ਸੋ ਬੈਟਰ ਆਫ, ਇਹ ਇੱਕ ਮੁਹਾਵਰਾ ਹੈ, ਇਹਦਾ ਯਾਦ ਰੱਖ ਲਓ, ਬੈਟਰ ਆਫ। ਆਈ ਐਮ ਬੈਟਰ ਆਫ ਦਿਸ ਵੇ, ਮੈਂ ਇੱਦਾਂ ਜ਼ਿਆਦਾ ਠੀਕ ਹਾਂ, ਠੀਕ ਹੈ। ਆਈ ਡੋਂਟ ਨੀਡ ਯੂਅਰ ਹੈਲਪ, ਮੈਨੂੰ ਤੇਰੀ ਮਦਦ ਨਹੀਂ ਚੱਲਦੀ, ਮੈਨੂੰ ਤੇਰੀ ਮਦਦ ਨਹੀਂ ਚਾਹੀਦੀ। ਆਈ ਐਮ ਬੈਟਰ ਆਫ ਵਿਦਾਊਟ ਯੂਅਰ ਹੈਲਪ, ਆਈ ਐਮ ਬੈਟਰ ਆਫ ਵਿਦਾਊਟ ਯੂਅਰ ਐਡਵਾਈਸ, ਤੇਰੀ ਸਲਾਹ ਤੋਂ ਬਿਨਾ ਮੈਂ ਜ਼ਿਆਦਾ ਠੀਕ ਹਾਂ, ਠੀਕ ਹੈ। ਸੋ ਬੈਟਰ ਆਫ ਜਦ ਕਹਿਣਾ ਹੋਵੇ ਤਾਂ ਅਸੀਂ ਠੀਕ ਹੈ, ਮਤਲਬ ਜ਼ਿਆਦਾ ਵਧੀਆ, ਠੀਕ ਹੈ, ਤਾਂ ਵਰਤਿਆ ਜਾਂਦਾ। ਸੋ ਇਹ 10 ਉਦਾਹਰਨ ਸੀਗੇ, ਫਿਲ ਇਨ ਦੀ ਬਲੈਂਕ ਭਰਨੇ ਸੀਗੇ, ਇਹਨਾਂ ਦੇ ਖਾਲੀ ਸਥਾਨ ਭਰਨੇ ਸੀਗੇ। ਇਹ ਸਾਰੇ ਨੋਟ ਕਰ ਲਓ, ਇਹ ਸਾਰੇ ਸੈਂਟੈਂਸਿਸ ਨੂੰ ਉੱਚੀ ਉੱਚੀ ਬਾਰ-ਬਾਰ ਬੋਲੋ, ਫਿਰ ਤੁਹਾਡੇ ਮੂੰਹ ਤੇ ਚੜ ਜਾਏਗਾ। ਜਦੋਂ ਤੁਸੀਂ ਬਾਰ-ਬਾਰ ਇਹਨਾਂ ਨੂੰ ਬੋਲੋਗੇ ਤੇ ਫਿਰ ਤੁਹਾਨੂੰ ਇਹਦੀ ਵਰਤੋਂ ਬਾਰੇ ਵੀ ਜ਼ਿਹਨ ਵਿੱਚ, ਤੁਹਾਡੇ ਦਿਮਾਗ ਵਿੱਚ ਇਹ ਗੱਲ ਪੱਕੀ ਤਰ੍ਹਾਂ ਬੈਠ ਜਾਏਗੀ। ਹੁਣ ਆ ਗਿਆ ਬੱਚਿਓ ਅਗਲਾ ਪਾਰਟ, ਰੀਰਾਈਟ ਦੀ ਫੋਲੋਇੰਗ ਸੈਂਟੈਂਸਿਸ ਇਨ देयर ਪਾਸਟ ਪਰਫੈਕਟ ਐਂਡ ਪਾਸਟ ਪਰਫੈਕਟ ਕੰਟੀਨਿਊਸ ਫਾਰਮ। ਉਹਨਾਂ ਨੇ 10 ਸੈਂਟੈਂਸ ਦਿੱਤੇ ਨੇ ਤੇ ਉਹ ਸੈਂਟੈਂਸਿਸ ਨੂੰ ਦੁਬਾਰਾ ਕਰਕੇ ਲਿਖਣਾ ਹੈ, ਇੱਕ ਵਾਰ ਪਾਸਟ ਟੈਂਸ ਦੇ ਵਿੱਚ ਤੇ ਇੱਕ ਵਾਰ ਲਿਖਣਾ ਹੈ ਪਾਸਟ ਪਰਫੈਕਟ ਵਿੱਚ ਤੇ ਇੱਕ ਵਾਰ ਲਿਖਣਾ ਹੈ ਪਾਸਟ ਪਰਫੈਕਟ ਕੰਟੀਨਿਊਸ। ਸੋ ਪਾਸਟ ਪਰਫੈਕਟ ਟੈਲਸ ਅਸ ਅਬਾਊਟ ਐਕਸ਼ਨ ਬਿਗਨ ਐਂਡ ਕੰਪਲੀਟਡ ਇਨ ਦੀ ਪਾਸਟ, ਉਹ ਕੰਮ ਜਿਹੜਾ ਭੂਤਕਾਲ ਵਿੱਚ ਸ਼ੁਰੂ ਹੋਇਆ ਤੇ ਭੂਤਕਾਲ ਵਿੱਚ ਹੀ ਖਤਮ ਹੋ ਚੁੱਕਾ। ਸੋ ਵੀ ਯੂਜ਼ ਹੈਡ, ਇਹਨਾਂ ਯੂਜ਼ ਹੁੰਦਾ ਬਿਫੋਰ ਦੀ ਵਰਬ, ਇਹ ਮੈਂ ਥੱਲੇ ਸਟਰਕਚਰ ਬਣਾਤਾ ਤੁਹਾਨੂੰ, ਠੀਕ ਹੈ, ਤੁਹਾਡੀ ਮਦਦ ਲਈ। The past perfect continuous tells us that the action began in the past, continued for some time, then stopped, ठीक है। For example, the town had been making all preparations, ठीक है। ਹੁਣ ਜ਼ਿਆਦਾਤਰ ਬੱਚਿਓ ਇਹ ਜਿਹੜਾ ਪਾਸਟ ਪਰਫੈਕਟ ਦਾ ਸਟਰਕਚਰ ਹੈਗਾ, ਢਾਂਚਾ ਉਹ ਇਦਾਂ ਹੁੰਦਾ, ਹੈਡ ਤੇ ਜਿਵੇਂ ਵਰਬ ਦੀ ਤੀਜੀ ਫਾਰਮ, ਹੈਡ, ਹੈਜ਼, ਹੈਵ ਦੇ ਨਾਲ ਹਮੇਸ਼ਾ ਥਰਡ ਫਾਰਮ ਆਉਂਦੀ ਹੈ। ਤੇ ਪਾਸਟ ਪਰਫੈਕਟ ਕੰਟੀਨਿਊਸ ਹੁੰਦਾ ਹੈਡ ਬੀਨ, ਉਹ ਇੱਥੇ ਪਲੱਸ ਆਉਣਾ ਸੀ ਬੱਚਿਓ, ਇਜ਼ ਇਕੁਅਲ ਟੂ ਨਹੀਂ ਆਏਗਾ, ਇੱਥੇ ਪਲੱਸ ਕਰ ਦੋ, ਹੈ ਇੱਥੇ ਪਲੱਸ ਹੈਡ ਬੀਨ ਪਲੱਸ ਵਰਬ ਦੀ ਫਸਟ ਫਾਰਮ ਤੇ ਨਾਲ ING, ਵਰਬ ਦੇ ਨਾਲ ING ਲੱਗ ਜਾਂਦਾ ਹੈ। ਇਹ ਜਿੱਲੇ ਕਰਾਂਗੇ ਤੁਹਾਨੂੰ ਪਤਾ ਲੱਗ ਜਾਏਗਾ। ਇਹ ਦੇਖੋ, the town has made all preparations, ਇਹਨੂੰ ਰੀਰਾਈਟ ਕਰਨਾ ਹੈ, the town had made all preparations ਤੇ the town had been making all preparations। ਮੈਂ ਫਟਾਫਟ ਚੱਲਾਂਗਾ, ਤੁਸੀਂ ਸਾਰੇ ਨੋਟ ਕਰ ਲੈਣੇ। he passed by the cathedral tower, ਉਹ ਗਿਰਜੇ ਦੀ ਇਮਾਰਤ ਦੇ ਲਾਗਿਓਂ ਲੰਘਿਆ। he had passed by the cathedral tower, he had been passing by the cathedral tower, ਦੇਖੋ had third form, had been, pass ਅੱਗੇ ING। you have done a good action, you had done a good action, you had been doing a good action, ठीक है। आगे चलिए, I have come to bid you goodbye, मैं तेनों अलविदा कहन आया। I had come to bid you goodbye, I had been coming to bid you goodbye,
He slept at the prince's feet. He had slept at the prince's feet. He had been sleeping at the prince's feet. ਬੱਚੋ ਸਾਰੇ ਇਹਨੂੰ ਲਿਖੋ ਬਾਰ-ਬਾਰ। ਇਹਨਾਂ ਤੁਹਾਨੂੰ ਇਹ ਜਿਹੜੀ ਚੀਜ਼ਾਂ ਟੈਂਸਸ ਦੇ ਬਾਰੇ ਜਿਹੜੀ ਹੈ ਨਾ ਉਹ ਤੁਹਾਡੀ ਪਕੜ ਵਧੀਆ ਹੋ ਜਾਏਗੀ। ਤੁਹਾਨੂੰ ਜਿਹੜੇ ਬਾਰ-ਬਾਰ ਇਦਾਂ ਇੰਨੇ ਸੈਂਟੈਂਸ ਲਿਖੋਗੇ, ਜਿਹੜੇ ਇਹਨਾਂ ਨੂੰ ਲਿਖੋਗੇ ਤੇ ਤੁਹਾਨੂੰ ਇਹ ਚੀਜ਼ ਪੱਕੀ ਹੋ ਜਾਏਗੀ ਵੀ ਪਾਸਟ ਪਰਫੈਕਟ ਤੇ ਪਾਸਟ ਪਰਫੈਕਟ ਕੰਟੀਨਿਊਸ ਵਿੱਚ ਕੀ ਫਰਕ ਹੈ। The swallow flew over the great city. The swallow had flown over the great city. The swallow had been flying over the great city. They pulled down the statue of the happy prince. They had pulled down the statue of the happy prince. They had been pulling down the statue of the happy prince. He picked up crumbs outside the baker's door. He had picked up crumbs outside the baker's door. He had been picking up crumbs outside the baker's door. So ਸੌਖਾ ਹੈ ਬੱਚਿਆਂ ਤੇ ਬੜਾ। ਪਰ ਜਿਹੜੇ ਤੁਸੀਂ ਇਹਦੇ 10 ਸੈਂਟੈਂਸ ਬਿਨਾਂ ਦੇਖੇ ਲਿਖਣ ਦਾ ਅਭਿਆਸ ਕਰ ਲੋਗੇ ਫਿਰ ਤੁਹਾਡਾ ਕੌਨਫੀਡੈਂਸ ਬੜਾ ਵੱਧ ਜਾਏਗਾ। They melted the statue in a furnace. They had melted the statue in a furnace. They had been melting the statue in a furnace. The poor little swallow grew colder and colder. The poor little swallow had grown colder and colder. The poor little swallow had been growing colder and colder. ਜਿੱਦਾਂ ਬੱਚੋ ਸਟਰਕਚਰ ਬਣਾਇਆ ਸੀਗਾ ਬਿਲਕੁਲ ਉਦਾਂ ਕਰਕੇ ਲਿਖ ਦਿੱਤਾ ਤੇ ਤੁਸੀਂ ਇਹ ਦਿਮਾਗ ਚੋਂ ਜਿੱਦਾਂ ਮੈਂ ਤੁਹਾਨੂੰ ਲਿਖ ਕੇ ਦਿੱਤਾ ਪਾਸਟ ਟੈਂਸ ਦਾ ਸਟਰਕਚਰ ਹੈਗਾ had ਜਮਾ ਵਰਬ ਦੀ ਥਰਡ ਫਾਰਮ ਤੇ ਪਾਸਟ ਪਰਫੈਕਟ ਕੰਟੀਨਿਊਸ ਦੀ ਸਟਰਕਚਰ ਹੈਗਾ had been ਜਮਾ ਵਰਬ ਦੀ ਫਰਸਟ ਫਾਰਮ ਤੇ ਨਾਲ ਅੱਗੇ ing। ਠੀਕ ਹੈ। ਹੁਣ ਆ ਗਿਆ ਅਗਲਾ ਪਾਰਟ पंक्चुएट दी फॉलोइंग पैराग्राफ। जैक है देखो पंक्चुएशन करनी है बच्चों, कॉमा, सेमीकोलन, इन्वर्टेड कॉमा, एक्सक्लेमेशन, कैपिटल। जैक शाउटेड बैक है देखो इधर लिख लिया। पहले तो मैं देखा कि एक तो पहला जोड़ा सेंटेंस का पहला लैटर हमेशा कैपिटल आंदा ही आंदा है, पर यह नाम भी है प्रॉपर नाउन च भी कैपिटल आंदा है। सो जैक एक नाम है, सो जे वड्डा आएगा। इत्थे रॉजर नाम है, सो आर वड्डा आएगा। तो हुण देखो बच्चों इधरों पता लगता है कि ये डायरैक्ट स्पीच आ रही है क्योंकि जैक शाउटेड बैक हैट हिज एक्यूजर, फिर एक्यूजर फिर सीधा यू आ गया। जे इनडायरैक्ट स्पीच आंदी तो फिर तो यू नहीं आना सीगा, ਇਹਦਾ मतलब किसी ਨੂੰ कह रहा है भी यू तू है ना। इस करके मैनू पता लग गया कि इत्थे इनवर्टेड कॉमास आएंगे, डायरैक्ट स्पीच आएगी। आओ बच्चे हुण देखिए मैं इदा किया तुहाडे लई। थोड़ा डिफिकल्ट सी लैवल पर तुसीं इहनूं जरूर करो प्रैक्टिस, है बड़ा इंपॉर्टेंट है। जैक शाउटेड बैक एट हिज एक्यूजर। एक्यूज होंदा है दोष लगाना ते एक्यूजर होंदा है दोष लगाण वाला। जैक शाउटेड बैक एट हिज एक्यूजर। जैक ओहदे उत्ते जैक दे उत्ते दोष लाण वाले ते मोड़वें तौर ते उच्ची बोलिया, चीकिया। ते इत्थे कॉमा, इनवर्टेड कॉमा भी यह गल जिहड़ी स्टेटमेंट है हुण अगला कथन है यह जैक दा। जैक कह रहा है इदां, यू वांट टू मैसेकर। मैसेकर होंदा बच्चों बड़ी वड्डी गिणती विच लोकां दा मतलब कि लोकां नूं मार देना, इहनूं कहंदे ने घाण करना, या असीं कह सकते हैं जनसंहार करना। तो इत्थे गिनती भी देखो बड़ी वड्डी है 150,000। कहना यू वांट टू मैसेकर 150,000 पीपल फॉर नथिंग, भी बिना किसी गल तो तू 1.5 लाख बंदियां नूं कतल कर देना चाहना है, मार देना चाहना है। इस करके मैं इत्थे विस्मक सान पाता, बड़ी हैरानी वाली और गुस्से वाली गल है। विस्मक है ये तो इनवर्टेड कॉमा आ गया तो फुल स्टॉप आ गया, यह खत्म हो गया सेंटेंस। ठीक है। हुण फिर कहते स्पिटिंग आउट। स्पिट होंदा है बच्चों थुक, तो स्पिट का मतलब होंदा थुक कढ़ना, तो इत्थे स्पिटिंग आउट मतलब कि वो इदां बोलिया कि जे मूँह चो ओहदे कुछ ना कुछ थुक भी डिग्या होए, या फिर बड़ी भुड़क के बोलिया। स्पिटिंग आउट का मतलब यह वे कि उन्हें शब्दों की बुछाड़ उत्ते की किस्म की, क्योंकि यह गल मतलब कि बड़े तत्ते तत्ते हो रही है, प्यार ना नहीं हो रही। तो इत्थे है शाउटेड तो इत्थे स्पिटिंग आउट हिज वर्ड्स विद फ्यूरी। फ्यूरी होंदा है बच्चों अत दा गुस्सा। अत दे गुस्से विच अपने शब्दों की बुछाड़ कढ़दे हुए रॉजर, मतलब रॉजर नाल गल हो रही, जैक रॉजर नूं कह रहे हैं। रॉजर द सीनियर ऑफिसर इन द रूम शाउटेड। ठीक है, जिहड़ा रॉजर सीनियर ऑफिसर कमरे विच सीगा, इत्थे हो सकदा बच्चों रॉजर नूं नहीं कह रहा क्योंकि उन्होंने कहा रॉजर दी सीनियर ऑफिसर इन द रूम, मतलब कमरे च होर भी बंदे हैगे ने, तो हो सकता है रॉजर कोई दूजा बंदा है जोने ਇਹਦੀ गल सुन के फिर अगे गल की।
spitting out his words with fury, ਆਪਣੇ ਸ਼ਬਦਾਂ ਨੂੰ ਬੜੇ ਗੁੱਸੇ ਵਿੱਚ ਬਾਹਰ ਸੁੱਟਦੇ ਹੋਏ, Roger, the senior officer in the room, shouted. Roger ਜੋ ਇੱਕ ਸੀਨੀਅਰ ਅਫਸਰ ਸੀ ਕਮਰੇ ਦੇ ਵਿੱਚ, ਉਹ ਚੀਕਿਆ, ਤੇ ਇਹਦਾ ਕੌਮਾ ਪਾਉਣਾ ਹੈ, ਫਿਰ ਇਨਵਰਟਿਡ ਕੌਮਾ, I have never seen such a gutless, gutless ਹੁੰਦਾ ਬੱਚਿਓ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਜਿਹੜਾ ਡਰਪੋਕ, ਮੈਂ ਅੱਜ ਤੱਕ ਇੰਨਾ ਡਰਪੋਕ ਬੰਦਾ like you, Jack, I have never seen such a gutless like you, Jack, ਕੌਮਾ, Jack, ਮੈਂ ਜੈਕ ਤੇਰੇ ਵਰਗਾ ਮਤਲਬ ਕਿ ਬੁਜ਼ਦਿਲ ਬੰਦਾ ਮੈਂ ਕਦੀ ਅੱਜ ਤੱਕ ਨਹੀਂ ਦੇਖਿਆ। ਸੋ ਇਹ ਸੀ ਬੱਚਿਓ, ਇਹ ਬੜਾ ਇੰਟਰਸਟਿੰਗ ਸੀਗਾ ਤੇ ਥੋੜਾ ਡਿਫਿਕਲਟੀ ਲੈਵਲ ਵਧੀਆ ਹੈ, ਪਰ ਬੱਚਿਓ ਇਹ ਦੇਖੋ ਪੰਕਚੁਏਸ਼ਨ ਕਿੰਨੀ ਇੰਪੋਰਟੈਂਟ ਹੁੰਦੀ ਹੈ। ਹੁਣ ਗੱਲ ਕਲੀਅਰ ਹੋ ਗਈ, ਜੇ ਪੰਕਚੁਏਸ਼ਨ ਤੋਂ ਬਿਨਾਂ ਉਹ ਪੜ੍ਹੋ ਪੈਰਾਗ੍ਰਾਫ ਤੇ ਕੁਝ ਪਤਾ ਨਹੀਂ ਲੱਗਦਾ ਕੀ ਗੱਲ ਹੋ ਰਹੀ ਹੈ। ਸੋ ਇਹ ਚੀਜ਼ ਜਿਹੜੀ ਹੈ ਇਹ ਵੀ ਪ੍ਰੈਕਟਿਸ ਨਾਲ, ਅਭਿਆਸ ਦੇ ਨਾਲ ਆਉਂਦੀ ਹੈ। ਸੋ ਤੁਸੀਂ ਜਿਹੜੇ ਕਿਤਾਬਾਂ ਦੇ ਲੈਸਨ ਪੜ੍ਹਦੇ ਹੋ ਉੱਥੇ ਵੀ ਕੌਮਾ, ਇਨਵਰਟਿਡ ਕੌਮਾ, ਸਾਰੀ ਗੱਲਾਂ ਨੂੰ ਬੜੇ ਧਿਆਨ ਨਾਲ ਵਾਚਿਆ ਕਰੋ, ਦੇਖਿਆ ਕਰੋ। ਮੈਂ ਲੈਸਨਸ ਨੂੰ ਟ੍ਰਾਂਸਲੇਸ਼ਨ ਕਰਕੇ ਤੁਹਾਡੇ ਵਾਸਤੇ ਪਾ ਰਿਹਾ, ਤੇ ਉਹਨਾਂ ਨੂੰ ਧਿਆਨ ਨਾਲ ਸੁਣੋ, ਤੇ ਜੇ ਤੁਸੀਂ ਧਿਆਨ ਨਾਲ ਸਾਰੇ ਲੈਸਨ ਪੜ੍ਹੋਗੇ ਤੇ ਗੱਲਾਂ ਗ੍ਰਾਮਰ ਦੀਆਂ, ਵੋਕੈਬਲਰੀ ਦੀਆਂ ਤੁਹਾਨੂੰ ਆਪਣੇ ਪਤਾ ਲੱਗਦੀਆਂ ਜਾਣਗੀਆਂ। ਅਗਲਾ ਪਾਰਟ ਦੇਖੀਏ ਬੱਚਿਓ, ਗਿਵਨ ਬਿਲੋ ਇਜ਼ ਦੀ ਲਿਸਟ ਆਫ ਐਡਵਰਬਸ, ਜਿਹਨੂੰ ਕਹਿੰਦੇ ਕਿਰਿਆ ਵਿਸ਼ੇਸ਼ਣ, ਯੂਜ਼ਡ ਇਨ ਦਿਸ ਲੈਸਨ। ਇਸ ਲੈਸਨ ਵਿੱਚ ਕਿਰਿਆ ਵਿਸ਼ੇਸ਼ਣ ਵਰਤੇ ਗਏ ਨੇ, ਉਹਦੀ ਸੂਚੀ ਦਿੱਤੀ ਹੈ। ਕਹਿੰਦੇ ਮੇਕ ਐਡਜੈਕਟਿਵਸ, ਐਡਜੈਕਟਿਵ ਹੁੰਦਾ ਵਿਸ਼ੇਸ਼ਣ। ਬੱਚਿਓ ਸਾਨੂੰ ਇੱਕ ਸ਼ਬਦ ਪਤਾ ਹੋਵੇ ਤੇ ਉਧਰੋਂ ਦੀ ਕਈ ਸਾਰੇ ਸ਼ਬਦ ਬਣਦੇ ਨੇ, ਜ਼ਿਆਦਾਤਰ ਨਾਉਨ ਹੁੰਦਾ ਹੈ ਜਾਂ ਕਿਰਿਆ ਹੁੰਦੀ ਹੈ। ਸੋ ਨਾਉਨ ਤੋਂ ਫਿਰ ਵਿਸ਼ੇਸ਼ਣ ਬਣ ਜਾਂਦਾ ਹੈ, ਕਿਰਿਆ ਵਿਸ਼ੇਸ਼ਣ ਬਣ ਜਾਂਦਾ ਹੈ, ਕਈ ਸਾਰੇ ਉਹਦੇ ਡੈਰੀਵੇਟਿਵਸ ਬਣਦੇ ਨੇ, ਕਿਹੜੇ ਸਾਰੇ ਸ਼ਬਦ ਬਣਦੇ ਨੇ। ਸੋ ਕਹਿੰਦੇ ਮੇਕ ਐਡਜੈਕਟਿਵਸ ਐਂਡ ਯੂਜ਼ them in sentences। ਸੋ ਮੈਂ ਬੱਚਿਓ ਐਡਜੈਕਟਿਵ ਤੇ ਬਣਾ ਹੀ ਦਿੱਤਾ ਹੈ, ਉਹ ਤੇ ਸੌਖਾ ਹੀ ਹੈ, ਤੇ ਜਿਹੜੇ ਮੈਂ ਐਡਜੈਕਟਿਵ ਬਣਾਏ ਨੇ ਉਹਨਾਂ ਨੂੰ ਮੈਂ ਡਾਰਕ ਕਰ ਦਿੱਤਾ ਹੈ, ਬੋਲਡ ਲੈਟਰ ਵਿੱਚ ਕਰ ਦਿੱਤਾ ਹੈ, ਤੇ ਨਾਲ ਮੈਂ ਦੋ ਸੈਂਟੈਂਸ ਤੁਹਾਡੇ ਲਈ ਬਣਾ ਦਿੱਤੇ ਨੇ। ਹੁਣ ਤੁਸੀਂ ਵੀ ਇਹਨਾਂ ਸੈਂਟੈਂਸਸ ਨੂੰ ਪਹਿਲੇ ਤੇ ਇੱਕ ਤੇ ਕਾਪੀ ਡਾਊਨ ਕਰ ਲਓ, ਪਰ ਤੁਸੀਂ ਇੱਥੇ ਹੀ ਆਪਣਾ ਕੰਮ ਨਹੀਂ ਰੋਕ ਦੇਣਾ, ਇਹਨਾਂ ਨੂੰ ਆਧਾਰ ਬਣਾ ਕੇ, ਇਹਨਾਂ ਤੋਂ ਆਈਡੀਆ ਚੱਕ ਕੇ ਤੁਸੀਂ ਵੀ ਦੋ ਘੱਟ ਤੋਂ ਘੱਟ ਸੈਂਟੈਂਸ ਬਣਾਉਣ ਦਾ ਯਤਨ ਕਰੋ। ਤੁਸੀਂ ਮੈਨੂੰ ਕਮੈਂਟਸ ਵਿੱਚ ਲਿਖ ਕੇ ਦੱਸ ਸਕਦੇ ਹੋ, ਮੈਨੂੰ ਪੁੱਛ ਸਕਦੇ ਹੋ ਕਿ ਜਿਹੜਾ ਸੈਂਟੈਂਸ ਤੁਸੀਂ ਬਣਾਇਆ ਉਹ ਠੀਕ ਬਣਿਆ ਹੈ ਜਾਂ ਨਹੀਂ ਬਣਿਆ, ਤੇ ਜੇ ਠੀਕ ਹੈ ਤਾਂ ਮੈਂ ਕਹਾਂਗਾ ਠੀਕ ਹੈ, ਜੇ ਨਹੀਂ ਠੀਕ ਤੇ ਮੈਂ ਉਹਦੀ ਗਲਤੀ ਨੂੰ ਠੀਕ ਕਰਕੇ ਤੁਹਾਨੂੰ ਮੋੜਵਾਂ ਜਵਾਬ ਦੇ ਦੇਵਾਂਗਾ। ਠੀਕ ਹੈ ਜੀ। ਸੋ ਪਹਿਲਾ ਸੈਂਟੈਂਸ ਹੈ, ਹੁਣ ਬ੍ਰਿਲੀਅੰਟ ਦਾ ਮਤਲਬ ਹੁੰਦਾ ਬ੍ਰਿਲੀਅੰਟਲੀ ਤੇ ਬ੍ਰਿਲੀਅੰਟ, ਇਹ ਹੈਗੀ ਐਡਵਰਬ, ਇਹ ਹੈਗਾ ਐਡਜੈਕਟਿਵ। ਸੋ ਬ੍ਰਿਲੀਅੰਟ ਕਹਿ ਸਕਦੇ ਹਾਂ, ਬ੍ਰਿਲੀਅੰਟ ਦੇ ਕਈ ਮਤਲਬ ਨੇ, ਪਰ ਮੈਂ ਇੱਕ ਮਤਲਬ ਲੈ ਕੇ ਇਹਦਾ ਹਾਲੇ ਸੈਂਟੈਂਸ ਬਣਾਏ ਨੇ। ਬ੍ਰਿਲੀਅੰਟ ਅਸੀਂ ਰੋਸ਼ਨ ਦਿਮਾਗ ਵੀ ਕਹਿ ਦਿੰਦੇ ਹਾਂ, ਸੋ ਬ੍ਰਿਲੀਅੰਟ ਮੈਨੇ ਉਜਲਾ ਵੀ ਕਹਿ ਦਿੰਦੇ ਹਾਂ। ਸੋ ਇੱਥੇ ਬ੍ਰਿਲੀਅੰਟ ਚਮਕਦਾਰ, ਠੀਕ ਹੈ। ਸੋ ਬ੍ਰਿਲੀਅੰਟ ਸਟਾਰਸ ਡਾਟਡ ਦੀ ਡਾਰਕ ਬਲੂ ਸਕਾਈ, ਚਮਕਦਾਰ ਤਾਰੇ ਗੂੜੇ ਨੀਲੇ ਆਕਾਸ਼ ਵਿੱਚ ਖਿਲਰੇ ਪਏ ਸਨ, ਡਾਟਡ, ਠੀਕ ਹੈ, ਡਾਟਡ ਦਾ ਬਲੂ ਸਕਾਈ। ਸ਼ੀ ਵੋਰ ਅ ਬ੍ਰਿਲੀਅੰਟ ਰੈਡ ਸੂਟ ਫॉर ਹਰ ਮੈਰਿਜ, ਉਹਨੇ ਬੜਾ ਭੜਕੀਲਾ ਲਾਲ ਰੰਗ ਦਾ ਸੂਟ ਆਪਣੇ ਵਿਆਹ ਦੇ ਮੌਕੇ ਤੇ ਪਾਇਆ। ਵੀਅਰ ਮੈਨੇ ਪਾਣਾ, ਵੋਰ ਮੈਨੇ ਪਾਇਆ। ਕੁਇਕਲੀ ਛੇਤੀ ਨਾਲ, ਕੁਇਕ ਮੈਨੇ ਕਾਲੇ, ਛੇਤੀ। ਹੀ ਰਸ਼ਡ ਆਊਟ ਇਨ ਕੁਇਕ ਸਟੈਪਸ, ਉਹ ਕਾਲੇ ਕਾਲੇ ਕਦਮਾਂ ਵਿੱਚ ਬਾਹਰ ਭੱਜਿਆ। ਹੀ ਰਸ਼ਡ ਆਊਟ ਇਨ ਕੁਇਕ ਸਟੈਪਸ, ਸਟੈਪ ਮੈਨੇ ਕਦਮ, ਕੁਇਕ ਸਟੈਪਸ ਛੇਤੀ ਛੇਤੀ, ਕਾਲੀ ਕਾਲੀ ਦੇ ਵਿੱਚ ਉਹ ਕਦਮ ਪੁੱਟ ਕੇ ਬਾਹਰ ਭੱਜਿਆ। ਫਿਰ ਬੀ ਕੁਇਕ, ਛੇਤੀ ਕਰੋ। ਵੀ ਆਰ ਗੈਟਿੰਗ ਲੇਟ, ਅਸੀਂ ਲੇਟ ਹੋ ਰਹੇ ਹਾਂ, ਸਾਨੂੰ ਦੇਰੀ ਹੋ ਰਹੀ ਹੈ। ਬੀ ਕੁਇਕ, ਇਹ ਦੇਖੋ ਇਹ ਮਤਲਬ ਕਿ ਇੱਦਾਂ ਐਕਸਕਲੇਮੇਸ਼ਨ ਬਣੇ, ਬੀ ਕੁਇਕ, ਛੇਤੀ ਕਰ ਯਾਰ, ਕਰਦਾ ਕੀ ਪਿਆ, ਸਾਨੂੰ ਦੇਰ ਹੋ ਰਹੀ ਹੈ, ਫਲਾਈਟ ਮਿਸ ਹੋ ਜਾਏਗੀ, ਹੈ ਨਾ। ਸੋ ਬੀ ਕੁਇਕ, ਵੀ ਆਰ ਗੈਟਿੰਗ ਲੇਟ। ਮੈਂ ਦੋ ਸੈਂਟੈਂਸ ਬਣਾ ਰਿਹਾ ਤੁਹਾਡੇ ਲਈ। ਨਰਵਸਲੀ, ਤਣਾਅ ਵਿੱਚ, ਨਰਵਸ ਤਣਾਅਪੂਰਨ। ਸ਼ੀ ਹੈਜ਼ ਅ ਨਰਵਸ ਹੈਬਿਟ ਆਫ ਬਾਈਟਿੰਗ ਹਰ ਨੇਲਸ, ਨੇਲ ਮੈਨੇ ਕਿੱਲਾਂ ਵੀ ਹੁੰਦੀਆਂ ਤੇ ਨੇਲ ਮੈਨੇ ਸਾਡੇ ਨੌਂ ਵੀ ਹੁੰਦੇ ਨੇ। ਬਾਈਟ ਮੈਨੇ ਹੁੰਦਾ ਬੱਚਿਓ ਦੰਦੀ ਵੱਢਣੀ, ਤੇ ਬਾਈਟ ਹੋਣਾ ਮੈਨੇ ਟੁਕਣਾ, ਠੀਕ ਹੈ। ਸ਼ੀ ਹੈਜ਼ ਅ ਨਰਵਸ ਹੈਬਿਟ ਆਫ ਬਾਈਟਿੰਗ ਹਰ ਨੇਲਸ, ਉਹਨੂੰ ਆਪਣੇ ਨਹੁੰ ਚੱਬਣ ਦੀ ਤਣਾਅਪੂਰਨ ਆਦਤ ਹੈ, ਵੀ ਜਦੋਂ ਤਣਾਅ ਵਿੱਚ ਹੁੰਦੀ ਏ, ਚਿੰਤਿਤ ਹੁੰਦੀ ਏ, ਪਰੇਸ਼ਾਨ ਹੁੰਦੀ ਹੈ, ਤੇ ਉਹ ਆਪਣੇ ਨਹੁੰ ਚੱਬਣਾ ਸ਼ੁਰੂ ਕਰ ਦਿੰਦੀ ਹੈ। ਹੀ ਵਾਜ਼ ਲੁਕਿੰਗ ਨਰਵਸ ਵੈਨ ਹੀ ਐਂਟਰਡ ਦੀ ਐਗਜ਼ਾਮੀਨੇਸ਼ਨ ਹਾਲ, ਕਹਿੰਦੇ ਜਦੋਂ ਉਹ ਪ੍ਰੀਖਿਆ ਹਾਲ ਵਿੱਚ, ਜਿੱਥੇ ਪੇਪਰ ਹੁੰਦੇ ਨੇ, ਇਮਤਿਹਾਨ ਦੇ ਹਾਲ ਵਿੱਚ ਅੰਦਰ ਪ੍ਰਵੇਸ਼ ਕੀਤਾ ਉਹਨੇ, ਤੇ ਉਹ ਤਣਾਅਪੂਰਨ ਨਜ਼ਰ ਆ ਰਿਹਾ ਸੀ। ਹੀ ਵਾਜ਼ ਲੁਕਿੰਗ ਨਰਵਸ। ਬ੍ਰਾਈਟਲੀ, ਬੜੇ ਰੋਸ਼ਨੀ ਦੇ ਨਾਲ, ਸੋ ਬ੍ਰਾਈਟ ਮੈਨੇ ਬੜਾ ਰੋਸ਼ਨ, ਠੀਕ ਹੈ। ਬ੍ਰਿਲੀਅੰਟ ਵਰਗਾ ਮਤਲਬ ਇਹਦਾ ਬ੍ਰਾਈਟ ਦਾ ਵੀ। ਬਿਕੋਜ਼ ਆਫ ਦੀ ਵਿੰਡੋਜ਼,
ਖਿੜਕੀਆਂ ਕਰਕੇ, ਤਾਕੀਆਂ ਕਰਕੇ, ਬਾਰੀਆਂ ਕਰਕੇ ਦੀ ਰੂਮ ਵਾਜ਼ ਬ੍ਰਾਈਟ ਵਿਦ ਸਨਲਾਈਟ। ਕਮਰਾ ਧੁੱਪ ਦੇ ਨਾਲ, ਸੂਰਜ ਦੀ ਰੋਸ਼ਨੀ ਨਾਲ ਬੜਾ ਰੋਸ਼ਨ ਸੀ। ਕਿਹਦੇ ਕਰਕੇ? ਬਿਕੋਜ਼ ਆਫ ਦੀ ਵਿੰਡੋਜ਼। ਇਟ ਇਜ਼ ਅ ਬ੍ਰਾਈਟ ਡੇ। ਅੱਜ ਬੜੀ ਸੋਹਣੀ ਧੁੱਪ ਨਿਕਲੀ ਹੋਈ ਹੈ। ਬ੍ਰਾਈਟ ਡੇ ਮਨੇ ਬੜਾ ਲਿਸ਼ਕਦਾ ਚਮਕਦਾ ਦਿਨ ਹੈ। ਲੈਟਸ ਗੋ ਫॉर ਅ ਵਾਕ ਟੂ ਦ ਫੀਲਡਸ। ਆਓ ਖੇਤਾਂ ਵੱਲ ਸੈਰ ਕਰਨ ਚਲੀਏ। ਠੀਕ ਹੈ, ਅੱਗੇ ਚਲੀਏ। ਈਗਰਲੀ, ਉਤਸੁਕਤਾ ਦੇ ਨਾਲ, ਜਗਿਆਸਾ ਦੇ ਨਾਲ। ਈਗਰ ਮੈਨੇ ਜਗਿਆਸੂ, ਉਤਸਕ। ਹੀ ਵਾਜ਼ ਈਗਰ ਟੂ ਸਟਾਰਟ ਰੀਡਿੰਗ ਦੀ ਬੁੱਕ ਹੀ ਹੈਡ ਬੌਟ। ਕਹਿੰਦਾ ਜਿਹੜੀ ਕਿਤਾਬ ਉਹਨੇ ਖਰੀਦੀ ਸੀ ਉਹ ਉਹਨੂੰ ਪੜ੍ਹਨ ਲਈ ਬੜਾ ਕਾਹਲਾ ਸੀ, ਬੜਾ ਈਗਰ ਸੀ, ਜਗਿਆਸੂ ਸੀ, ਉਤਸਕ ਸੀ ਕਿ ਕਿਤਾਬ ਖਰੀਦੀ ਉਹਨੇ ਫਟਾਫਟ ਇਹਨੂੰ ਪੜ੍ਹਨੀ ਸ਼ੁਰੂ ਕਰਾਂ। Everyone is eager to see the 3 farm bills repealed. Repealed ਹੁੰਦਾ ਬੱਚੋ cancelled। ਹਰ ਕੋਈ ਇਸ ਗੱਲ ਲਈ ਬੜਾ ਕਾਹਲਾ ਹੈ, ਉਤਸੁਕ ਹੈ, ਜਗਿਆਸੂ ਹੈ ਇਹ ਦੇਖਣ ਲਈ ਕਿ ਕਦੋਂ ਜਿਹੜੇ 3 ਫਾਰਮ ਬਿਲਸ ਨੇ ਇਹ ਰੱਦ ਹੋ ਜਾਣਗੇ। 3 ਕਾਲੇ ਕਾਨੂੰਨ ਰੱਦ ਹੁੰਦੇ ਦੇਖਣ ਲਈ ਹਰ ਕੋਈ ਕਾਹਲਾ ਹੈ, ਹਰ ਕੋਈ ਈਗਰ ਹੈ, ਜਗਿਆਸੂ ਹੈ। ਕੇਅਰਫੁਲੀ ਮੈਨੇ ਬੜੇ ਧਿਆਨ ਨਾਲ, ਕੇਅਰਫੁਲ ਧਿਆਨਪੂਰਵਕ, ਬੰਦਾ ਜੋ ਧਿਆਨ ਦੇ ਨਾਲ ਜੋ ਧਿਆਨ ਰੱਖ ਰਿਹਾ ਹੈ। ਸੋ ਬੀ ਕੇਅਰਫੁਲ, ਧਿਆਨ ਨਾਲ। ਦੀ ਫਲੋਰ ਇਜ਼ ਵੈਟ, ਫਰਸ਼ ਗਿੱਲਾ ਹੈ, ਕਿਤੇ ਤਿਲਕ ਨਾ ਜਾਇਓ। ਬੀ ਕੇਅਰਫੁਲ ਐਕਸਕਲੇਮੇਸ਼ਨ, ਦੀ ਫਲੋਰ ਇਜ਼ ਵੈਟ। ਦੀ ਫਾਰਮਰਸ ਆਰ ਕੇਅਰਫੁਲ ਨਾਟ ਟੂ ਕਾਜ਼ ਟਰਬਲ, ਟਰਬਲ ਹੁੰਦੀ ਪਰੇਸ਼ਾਨੀ। ਟੂ ਦੀ ਜਨਰਲ ਪਬਲਿਕ, ਆਮ ਜਨਤਾ, ਜਨਰਲ ਪਬਲਿਕ ਨੇ ਆਮ ਜਨਤਾ। ਜਿਹੜੇ ਕਿਸਾਨ ਨੇ ਇਸ ਗੱਲ ਲਈ ਬੜੇ ਧਿਆਨ ਰੱਖ ਰਹੇ ਨੇ, ਇਸ ਗੱਲ ਲਈ ਬੜੇ ਸੁਚੇਤ ਨੇ, ਬੜੇ ਸਾਵਧਾਨ ਨੇ ਕਿ ਆਮ ਜਨਤਾ ਨੂੰ ਕੋਈ ਦੁੱਖ ਤਕਲੀਫ ਉਹਨਾਂ ਦੇ ਜਿਹੜਾ ਇਹ ਪ੍ਰੋਟੈਸਟ ਚੱਲਦਾ ਪਿਆ ਉਹਦੇ ਕਰਕੇ ਨਾ ਆਵੇ। ਠੀਕ ਹੈ, ਇਹ ਮੈਂ ਬੱਚੇ ਸੈਂਟੈਂਸ ਬਣਾਤੇ ਜਿਹੜੇ ਚਲੰਤ ਮਾਮਲੇ ਨੇ, ਤੁਹਾਨੂੰ ਉਹ ਵੀ ਤਜਰਬਾ ਹੋ ਜਾਏਗਾ। ਪ੍ਰੈਕਟੀਕਲੀ ਤੁਸੀਂ ਇਹਦੇ ਨਾਲ ਰਿਲੇਟ ਵੀ ਕਰ ਸਕਦੇ ਹੋ ਅੱਜ ਸਾਡੇ ਸਮਾਜ ਵਿੱਚ ਕੀ ਹੋ ਰਿਹਾ, ਤੇ ਇਹਦੇ ਬਹਾਨੇ ਤੁਹਾਡੀ ਸੈਂਟੈਂਸਿਸ ਦੀ ਪ੍ਰੈਕਟਿਸ ਵੀ ਹੋ ਰਹੀ ਹੈ ਤੇ ਜਿਹੜੀ ਜਨਰਲ ਨੌਲੇਜ ਉਹ ਵੀ ਵੱਧਦੀ ਪਈ ਹੈ। ਕ੍ਰਿਟੀਕਲੀ ਤੇ ਕ੍ਰਿਟੀਕਲ, ਕ੍ਰਿਟੀਕਲ ਦੇ ਵਿੱਚ ਬੜੇ ਸਾਰੇ ਮਤਲਬ ਨੇ। ਕ੍ਰਿਟੀਕਲ, ਕ੍ਰਿਟੀਸਾਈਜ਼ ਹੁੰਦਾ ਨੁਕਤਾਚੀਨੀ ਕਰਨੀ। ਸੋ ਕ੍ਰਿਟੀਕਲ ਜਿਹੜਾ ਹੁੰਦਾ ਨੁਕਤਾਚੀਨੀ ਨਾਲ ਸੰਬੰਧਿਤ, ਤੇ ਕ੍ਰਿਟੀਕਲ ਹੁੰਦਾ ਹੈਲਥ ਦੇ ਬਾਰੇ ਖਤਰਨਾਕ ਸਿਚੁਏਸ਼ਨ ਵੀ ਕਹਿ ਸਕਦੇ ਹਾਂ। ਤੇ ਕ੍ਰਿਟੀਕਲ ਹੁੰਦਾ ਬੜੀ ਬਰੀਕੀ ਦੇ ਨਾਲ ਕਿਸੇ ਚੀਜ਼ ਦੀ ਪੜਚੋਲ ਕਰਨਾ, ਜਿਹੜਾ ਕ੍ਰਿਟੀਕਲ ਉਹਨੂੰ ਕਹਿੰਦੇ ਨੇ। ਸੋ ਇਹ ਦੇਖੋ ਮੈਂ ਐਗਜ਼ਾਮਪਲ ਲੈਣੇ। ਅ ਕ੍ਰਿਟੀਕਲ ਐਗਜ਼ਾਮੀਨੇਸ਼ਨ ਅਰਥਾਤ ਬੜੀ ਬਰੀਕੀ ਦੀ ਐਗਜ਼ਾਮੀਨੇਸ਼ਨ, ਬਰੀਕੀ ਦੀ ਪੜਚੋਲ of the farm bills is necessary before passing them। ਅਰਥਾਤ ਇਹ ਜਿਹੜੇ 3 ਖੇਤੀ ਕਾਨੂੰਨ ਨੇ ਇਹਨਾਂ ਦੀ ਬਹੁਤ ਹੀ ਬਰੀਕੀ ਦੇ ਨਾਲ ਪੜਚੋਲ ਹੋਣੀ ਲਾਜ਼ਮੀ ਹੈ ਇਸ ਤੋਂ ਪਹਿਲੇ ਕਿ ਇਹਨਾਂ ਨੂੰ ਪਾਸ ਕੀਤਾ ਜਾਏ, ਕਿਉਂਕਿ ਇਹ ਤੋਂ ਬਿਨਾਂ ਹੀ ਪਾਸ ਕਰ ਦਿੱਤੇ ਗਏ। ਕੋਈ ਡਿਸਕਸ਼ਨ ਨਹੀਂ ਕੀਤੀ ਗਈ, ਕੋਈ ਡਿਬੇਟ ਨਹੀਂ ਕੀਤਾ ਗਿਆ, ਕਿਸੇ ਕਿਸਾਨ ਲੀਡਰਾਂ ਦੀ ਸਲਾਹ ਨਹੀਂ ਲਿੱਤੀ ਗਈ। ਕੋਈ ਜਿਹੜੇ ਮਾਹਰ ਹੈਗੇ ਨੇ, ਜਿਹੜੇ ਯੂਨੀਵਰਸਿਟੀਆਂ ਦੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਜਿਹੜੇ ਵਾਈਸ ਚਾਂਸਲਰ ਹੈਗੇ ਨੇ, ਮੌਜੂਦਾ ਵਾਈਸ ਚਾਂਸਲਰ ਨੇ, ਕਿਸੇ ਦੀ ਵੀ ਸਲਾਹ ਲਈ ਨਹੀਂ ਗਈ, ਸਿਰਫ ਅਡਾਨੀ ਤੇ ਅੰਬਾਨੀ ਦੀ ਸਲਾਹ ਲਈ ਗਈ। ਠੀਕ ਹੈ ਨਾ। ਸੋ ਅ ਕ੍ਰਿਟੀਕਲ ਐਗਜ਼ਾਮੀਨੇਸ਼ਨ ਆਫ ਦੀ ਫਾਰਮ ਬਿਲਸ ਇਜ਼ ਨੈਸੈਸਰੀ ਬਿਫੋਰ ਪਾਸਿੰਗ ਦੈਮ। ਸੋ ਇਹ ਬੜੇ ਮਹੱਤਵਪੂਰਨ ਲਾਅ ਹੈਗੇ ਨੇ, ਛੋਟੇ ਮੋਟੇ ਤੇ ਹੈ ਨਹੀਂ। ਜਿਹੜਾ ਹਿੰਦੁਸਤਾਨ ਇੱਕ ਕਿਸਾਨੀ ਪ੍ਰਧਾਨ ਸੂਬਾ ਹੈਗਾ, ਦੇਸ਼ ਹੈਗਾ, ਸੋ ਇਹਦੇ ਵਿੱਚ ਕਿਸਾਨਾਂ ਨੂੰ ਕੌਨਫੀਡੈਂਸ ਵਿੱਚ ਨਹੀਂ ਲਿਆ ਗਿਆ, ਉਹਨਾਂ ਨੂੰ ਸਲਾਹ ਹੀ ਨਹੀਂ ਕੀਤੀ ਗਈ ਕਿ ਤੁਹਾਡੇ ਹਿੱਤ ਵਿੱਚ ਕੀ ਹੈ ਕੀ ਨਹੀਂ ਹੈ, ਉਹਨਾਂ ਤੇ ਥੋਪ ਦਿੱਤਾ ਗਿਆ। ਸੋ ਕ੍ਰਿਟੀਕਲ ਐਗਜ਼ਾਮੀਨੇਸ਼ਨ ਮੈਨੇ ਨੁਕਤਾਚੀਨੀ ਦੇ ਨੁਕਤਾ ਨਿਗਾਹ ਤੋਂ ਇਹਦੀ ਪੜਚੋਲ ਕਰਨੀ, ਇੱਕ ਇੱਕ ਮੱਦ ਨੂੰ ਪੜ੍ਹਨਾ, ਵਿਚਾਰਨਾ, ਉੱਤੇ ਬਹਿਸ ਕਰਨੀ ਜ਼ਰੂਰੀ ਹੈ। ਤੇ ਕ੍ਰਿਟੀਕਲ ਦਾ ਮਤਲਬ ਬੱਚੋ ਹੈਲਥ ਦੇ ਬਾਰੇ ਅਸੀਂ ਕਹਿ ਦਿੰਦੇ ਹਾਂ ਖਤਰੇ ਵਿੱਚ। ਦੀ ਪੇਸ਼ੈਂਟ ਇਜ਼ ਆਊਟ ਆਫ ਕ੍ਰਿਟੀਕਲ ਕੰਡੀਸ਼ਨ ਨਾਓ, ਅਰਥਾਤ ਮਰੀਜ਼ ਹੁਣ ਖਤਰੇ ਵਾਲੀ ਹਾਲਤ ਤੋਂ ਬਾਹਰ ਆ ਗਿਆ ਹੈ, ਹੁਣ ਖਤਰੇ 'ਚ ਨਹੀਂ ਹੈਗਾ। ਜਦੋਂ ਅਸੀਂ ਕਹਿੰਦੇ ਨਾ ਦੀ ਪੇਸ਼ੈਂਟਸ ਕੰਡੀਸ਼ਨ ਇਜ਼ ਕ੍ਰਿਟੀਕਲ, ਮਰੀਜ਼ ਦੀ ਹਾਲਤ ਬਹੁਤ ਖਤਰਨਾਕ ਹੈ, ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ। ਤੇ ਜਦੋਂ ਹਾਲਤ ਸੁਧਰ ਜਾਏ ਫਿਰ ਅਸੀਂ ਕਹਿੰਦੇ ਦੀ ਪੇਸ਼ੈਂਟ ਇਜ਼ ਆਊਟ ਆਫ ਕ੍ਰਿਟੀਕਲ ਕੰਡੀਸ਼ਨ ਨਾਓ। ਸਿੰਪਲੀ, ਸਾਦੇ ਤੌਰ ਤੇ, ਸਿੰਪਲ ਮੈਨੇ ਸਾਦਾ, ਇਨੋਸੈਂਟ, ਨਿਰਦੋਸ਼, ਸਾਦਾ, ਜਿਹ 'ਚ ਕੋਈ ਦਿਖਾਵਾ ਨਹੀਂ, ਕੋਈ ਚਮਕ ਦਮਕ ਨਹੀਂ, ਕੋਈ ਭੜਕ ਨਹੀਂ, ਹੈ ਨਾ, ਕੋਈ ਫੁਕਰਾਪਨ ਨਹੀਂ, ਉਹਨੂੰ ਕਹਿੰਦੇ ਸਿੰਪਲ। ਸੋ ਸਿੰਪਲ ਲਿਵਿੰਗ ਇਜ਼ ਹੈਲਦੀ ਐਂਡ ਹੈਪੀ ਲਿਵਿੰਗ। ਸਾਦਾ ਜੀਵਨ ਸਿਹਤਮੰਦ ਅਤੇ ਖੁਸ਼ੀ ਭਰਪੂਰ ਜੀਵਨ ਹੁੰਦਾ ਹੈ। ਅਰਥਾਤ ਜਿਹੜੇ ਲੋਕੀ ਸਾਦਾ ਜੀਵਨ ਜੀਂਦੇ ਨੇ ਉਹਨਾਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਤੇ ਉਹ ਮਾਨਸਿਕ ਤੌਰ ਤੇ ਵੀ ਖੁਸ਼ ਰਹਿੰਦੇ ਨੇ। ਸੋ ਜਿਹੜੇ ਫੁਕਰੇ ਹੁੰਦੇ ਨੇ ਉਹ ਆਪਣੀ ਸਿਹਤ ਵੀ ਖਰਾਬ ਕਰਦੇ ਨੇ ਤੇ ਆਪਣੇ ਘਰਾਂ ਵਿੱਚ ਦੁੱਖ ਕਲੇਸ਼ ਨੂੰ ਵੀ
ਪ੍ਰਵੇਸ਼ ਦਵਾ ਦਿੰਦੇ ਨੇ। ਸਿੰਪਲ ਫਾਰਮਰਸ ਆਰ ਫਾਈਟਿੰਗ, ਸਧਾਰਨ ਕਿਸਾਨ, ਕੁੜਤੇ ਪਜਾਮੇ ਪਾਏ ਵਿਚਾਰੇ ਸਧਾਰਨ ਜਿਹੇ ਕਿਸਾਨ ਨੇ। ਸਿੰਪਲ ਫਾਰਮਰਸ, ਉਹਨਾਂ ਵਿੱਚ ਕੋਈ ਛਲ ਕਪਟ ਫਰੇਬ ਚੁਸਤੀ ਚਲਾਕੀ ਨਹੀਂ ਹੈਗੀ। ਜਿਹੜੀ ਚੁਸਤੀ ਚਲਾਕੀ ਸਾਡੇ IPS ਅਫਸਰਾਂ ਵਿੱਚ ਹੁੰਦੀ ਹੈ, ਵੱਡੇ ਵੱਡੇ IAS ਅਫਸਰਾਂ ਵਿੱਚ ਹੁੰਦੀ ਹੈ, ਉਹ ਤੇ ਪੜ੍ਹੇ ਲਿਖੇ ਹੁੰਦੇ ਨੇ ਨਾ। ਵੱਡੇ ਵੱਡੇ ਜਿਹੜੇ ਗੌਰਮੈਂਟ ਦੇ ਵਿੱਚ ਬੈਠੇ ਨੇ ਸੈਕਟਰੀ, ਚੀਫ ਸੈਕਟਰੀ, ਚੁਸਤੀਆਂ ਚਲਾਕੀਆਂ ਕਰਨ ਵਾਲੇ, ਉਹ ਸ਼ਬਦਾਂ ਦੇ ਨਾਲ ਖੇਡ ਲੈਂਦੇ ਨੇ, ਇਹੋ ਜਿਹੇ ਕਾਨੂੰਨ ਬਣਾ ਲੈਂਦੇ ਨੇ। ਸੋ ਸਿੰਪਲ ਫਾਰਮਰਸ ਜਿਹੜੇ ਧਰਤੀ ਨਾਲ ਜੁੜੇ ਹੋਏ ਨੇ, ਮਿੱਟੀ ਨਾਲ ਮਿੱਟੀ ਹੁੰਦੇ ਨੇ, ਮਿਹਨਤ ਕਰਦੇ ਨੇ, ਪਸੀਨਾ ਕੱਢਦੇ ਨੇ। ਸਿੰਪਲ ਫਾਰਮਰਸ ਆਰ ਫਾਈਟਿੰਗ, ਫਾਈਟਿੰਗ ਮਾਨੇ ਲੜ ਰਹੇ ਨੇ, ਜੂਝ ਰਹੇ ਨੇ। ਆ ਪਾਵਰਫੁਲ, ਤਾਕਤਵਰ, ਐਂਡ ਅਤੇ ਐਰੋਗੈਂਟ, ਘਮੰਡੀ, ਅਹੰਕਾਰੀ ਗਵਰਨਮੈਂਟ। ਸੋ ਸਿੰਪਲ ਫਾਰਮਰਸ ਆਰ ਫਾਈਟਿੰਗ ਅ ਪਾਵਰਫੁਲ ਐਂਡ ਐਰੋਗੈਂਟ ਗਵਰਨਮੈਂਟ। ਸਧਾਰਨ ਕਿਸਾਨ ਇੱਕ ਤਾਕਤਵਰ ਅਤੇ ਘਮੰਡੀ ਸਰਕਾਰ ਦੇ ਨਾਲ ਲੜਦੇ ਪਏ ਨੇ। ਸਡਨਲੀ, ਅਚਾਨਕ ਹੋਣ ਵਾਲੀ ਗੱਲ। ਸਡਨ ਮੈਨੇ ਅਚਾਨਕ। A sudden rise in petrol and diesel prices has shocked everyone. ਪੈਟਰੋਲ ਅਤੇ ਡੀਜ਼ਲ ਦੇ ਕੀਮਤਾਂ ਵਿੱਚ ਅਚਾਨਕ ਹੋਇਆ ਵਾਧਾ ਇਹਨੇ ਸਾਰਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। shocked everyone ਮਤਲਬ ਕਿ ਇੱਕਦਮ ਅੱਖਾਂ ਅੱਡੀਆਂ ਰਹਿ ਗਈਆਂ, ਹੈਰਾਨ ਹੋ ਗਏ ਨੇ ਲੋਕ ਵੀ ਹੋ ਕੀ ਗਿਆ। ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਤੇ ਪੈਟਰੋਲ ਥੱਲੇ ਲੈ ਆਵਾਂਗੇ, ਮਤਲਬ ਕਿ ਪ੍ਰਾਈਸ ਥੱਲੇ ਲੈ ਆਵਾਂਗੇ। A sudden shower has brought the temperature down. ਅਚਾਨਕ ਹੋਈ ਬਾਛੜ ਨੇ, ਸ਼ਾਵਰ में अचानक ਮੀਂਹ ਆ ਜਾਏ, ਮੜੀ ਫਰਾਟਾ ਜਿਹਾ ਪੈ ਜਾਏ, ਛਰਾਟਾ ਜਿਹਾ ਪੈ ਜਾਏ। A sudden shower has brought the temperature down. ਅਚਾਨਕ ਪਏ ਛਰਾਟੇ ਨੇ ਤਾਪਮਾਨ ਥੱਲੇ ਲੈ ਆਂਦਾ ਹੈ। ਲਵਿੰਗਲੀ, ਪਿਆਰ ਦੇ ਨਾਲ, ਲਵਿੰਗ ਪਿਆਰ ਨਾਲ ਭਰਪੂਰ। They are a loving and hence a happy family. ਉਹ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਤੇ ਇਸ ਕਰਕੇ ਇੱਕ ਖੁਸ਼ ਪਰਿਵਾਰ ਹਨ। ਅਰਥਾਤ ਸਾਰੇ ਮੈਂਬਰ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਇੱਕ ਦੂਜੇ ਦੀ ਮਦਦ ਕਰਦੇ ਨੇ, ਇੱਕ ਦੂਜੇ ਦਾ ਸਹਾਰਾ ਬਣਦੇ ਨੇ, ਇੱਕ ਦੂਜੇ ਦੇ ਨਾਲ ਕੋਆਪਰੇਟ ਕਰਦੇ ਨੇ। ਚਿਲਡਰਨ ਆਫ ਲਵਿੰਗ ਪੇਰੈਂਟਸ ਡੂ ਬੈਟਰ ਇਨ ਦੇਅਰ ਸਟੱਡੀਜ਼। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਦੇਖ-ਰੇਖ ਸੋਹਣੇ ਢੰਗ ਨਾਲ ਪਰਵਰਿਸ਼ ਕਰਦੇ ਨੇ, ਉਹ ਬੱਚੇ ਡੂ ਬੈਟਰ ਇਨ ਦੇਅਰ ਸਟੱਡੀਜ਼, ਉਹ ਆਪਣੀ ਪੜ੍ਹਾਈ ਵਿੱਚ ਵੀ ਵਧੀਆ ਨੰਬਰ ਲੈਂਦੇ ਨੇ, ਉਹ ਪੜ੍ਹਾਈ ਵੀ ਵਧੀਆ ਢੰਗ ਦੇ ਨਾਲ ਕਰਦੇ ਨੇ। ਅਰਥਾਤ ਜੇ ਅਸੀਂ ਬੱਚਿਆਂ ਨੂੰ ਹਰ ਵੇਲੇ ਗਾਲਾਂ ਹੀ ਕੱਢਦੇ ਰਵਾਂਗੇ, ਉਹਨਾਂ ਨੂੰ ਚੰਦੇ ਰਵਾਂਗੇ, ਤੂੰ ਰੁੜ ਜਾ, ਮਰ ਜਾ, ਤੈਨੂੰ ਅਕਲ ਨਹੀਂ ਹੈ, ਇੱਦਾਂ ਕਰਦੇ ਰਹਾਂਗੇ ਤੇ ਫਿਰ ਨਿਆਣਾ ਵੀ ਉਹਦੀ ਤਰੱਕੀ ਰੁਕ ਜਾਂਦੀ ਹੈ। ਸੋ ਚਿਲਡਰਨ ਆਫ ਲਵਿੰਗ ਪੇਰੈਂਟਸ ਡੂ ਬੈਟਰ ਇਨ ਦੇਅਰ ਸਟੱਡੀਜ਼। ਸੋ ਬੱਚੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੈਂਟੈਂਸ ਵੀ ਬਣਾਏ ਜਾਣ ਤੇ ਸੈਂਟੈਂਸਾਂ ਰਾਹੀਂ ਤੁਹਾਨੂੰ ਕੋਈ ਚੰਗਾ ਸੁਨੇਹਾ, ਕੋਈ ਸਿਹਤਮੰਦ ਗੱਲ ਵੀ ਕੀਤੀ ਜਾਵੇ ਤੇ ਜਿਹੜੀਆਂ ਆਸ-ਪਾਸ ਕੋਈ ਗੱਲਾਂ ਵਰਤ ਰਹੀਆਂ ਉਹਦੇ ਬਾਰੇ ਵੀ ਤੁਹਾਡਾ ਧਿਆਨ ਦਿਵਾਇਆ ਜਾਵੇ। ਸੋ ਬੱਚਿਓ, ਇਹ ਸੀ ਸਾਡਾ ਗ੍ਰਾਮਰ ਐਕਸਰਸਾਈਜ਼ਸ। ਅਗਲੇ ਕੁਝ ਜਿਹੜੇ ਹੈਗੇ ਨੇ ਉਹ ਮੇਰੇ ਕਰਨ ਦੀ ਲੋੜ ਨਹੀਂ ਹੈਗੀ, ਉਹ ਪ੍ਰੋਨਾਊਂਸੀਏਸ਼ਨ ਦਾ ਹੈਗਾ ਕੁਝ, ਤੇ ਆਪਣਾ ਐਕਸਟੈਂਸਿਵ ਰੀਡਿੰਗ ਦਾ ਹੈਗਾ, ਉਹ ਤੇ ਤੁਸੀਂ ਆਪਣੇ ਤੌਰ ਤੇ ਕਰਨਾ। ਜੇ ਤੁਹਾਡੀ ਕੋਈ ਲੋੜ ਉਹਦੇ ਵਿੱਚੋਂ ਹੋਏਗੀ ਤੇ ਤੁਸੀਂ ਮੈਨੂੰ ਦੱਸਣਾ, ਨਹੀਂ ਤੇ ਇਸ ਤੋਂ ਬਾਅਦ ਮੈਂ ਹੁਣ ਲੈਸਨ ਨੰਬਰ 2 ਜਿਹੜਾ ਅਗਲਾ ਲੈਸਨ ਹੈ ਉਹ ਸ਼ੁਰੂ ਕਰਾਂਗਾ। ਸੋ ਤੁਸੀਂ ਇਸੇ ਤਰ੍ਹਾਂ ਮਿਹਨਤ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੋ ਤੇ ਅਗਲੇ ਵੀਡੀਓ ਦੀ ਉਡੀਕ ਕਰੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।